इस वक्त की गल करिए तो झोने की कटाई का समा चल रहा है ਅਤੇ किसान वीर झोना कट रहे हैं। दूजे पासे गलबात की जाए कि हर वार किसानों वालों जो पराली नूं अग लगाई जाती है उस ते सुप्रीम कोर्ट भी सख्त है और NGT भी सख्त है, पर उन्हां दी हिदायतां सरकारी कर्मचारी किन्नी क मनदे ने, ये सब तो वड्डी चिंता का विषय भी बना होया है। इस वक्त असीं फरीदकोट के खेतां विच मौजूद हाँ। तस्वीरां तुसीं वेख सकदे हो, किसानों वालों जो झोना कट्टिया गया उसकी जो पराली बची है रहंद खुंद है उसनूं ट्रैक्टर रिपर राही जो है कट्टिया जा रहा है। उस तो बाद इहदी पंडां बनाईਆਂ ਜਾਣਗੀਆਂ ਤੇ ਇਹਨੂੰ ਅੱਗੇ शिफ्ट किया जाएगा। तो दस दे इस पूरे प्रक्रम विच जिहड़ा हैगा किसान का सिर्फ तो सिर्फ खर्चा हुंदा है, ना तो उसनूं पराली जो चक के लैके आंदा उसका मोल मिलता है, जो पराली चकदा है उसनूं जरूर कितना किते जाके फायदा हुंदा है, पर सीधे तौर पर किसान नूं इस चीज़ का फायदा नहीं हुंदा। तो तमाम तरीके दी हिदायतां भी आंदियां ने, पर गल उत्थे ही आ जांदी है कि को कानूनी वाली बात हो जाती है कि असी नहीं मनना चाहे कोई कुछ मर्जी कहे। पर किसान भी साडे नाल मौजूद ने। चंदबाजा जी, सब तो पहले जिहड़ी गाइडलाइनस ने मानयोग सुप्रीम कोर्ट दियां जो आदेश जारी होए सीगे, NGT के आदेश जारी होए सीगे, वो जानना चाहूँगा आदेश किस तरीके से? देखो जी, किसान जथेबंदियां ने पटीशन पाई सी, उन्होंने ये कहा सी भी जिहड़ी पराली की साਂਭ संभाल आ, उन्होंने एस्टीमेट लाया सी भी 1 किੱਲੇ ਦੇ ਵਿੱਚੋਂ 25 ਕੁਆਂਟਲ ਪਰਾਲੀ ਨਿਕਲਦੀ ਆ ਤੇ ਪਰ ਕੁਆਂਟਲ 100 ਰੁਪਇਆ 2500 ਰੁਪਇਆ 1 ਕਿੱਲੇ ਦਾ ਸਰਕਾਰ ਸਾਨੂੰ ਪਰਾਲੀ ਸਾਂਭ ਸੰਭਾਲ ਵਾਸਤੇ ਦੇਵੇ। ਅਸੀਂ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ, ਇਹਨੂੰ ਭਾਵੇਂ ਅਸੀਂ ਖੇਤ 'ਚ ਗਾਲ ਗਏ, ਇਹਨੂੰ ਇੱਕ ਗੁੱਠ ਦੇ ਵਿੱਚ ਪੰਡਾ ਚੱਕ ਚੱਕ ਕੇ ਇਕੱਠੀ ਕਰ ਗਏ, ਉਹ ਸਰਕਾਰ ਨੇ ਨਹੀਂ ਮੰਨਿਆ। ਇਸ ਤੋਂ ਇਲਾਵਾ ਇੱਕ NGT ਦਾ ਵੀ ਪਿਛਲੇ ਸਮੇਂ ਦੌਰਾਨ ਪੜ੍ਹਿਆ ਸੀਗਾ ਵੀ 5 ਏਕੜ ਵਾਲੇ ਤੱਕ 5000 ਦੇ 5 ਤੋਂ ਉੱਪਰ ਵਾਲੇ ਨੂੰ 15000 ਰੁਪਇਆ ਅਸੀਂ ਪਰਾਲੀ ਦੀ ਸਾਂਭ ਸੰਭਾਲ ਵਾਸਤੇ ਦੇਵਾਂਗੇ। ਪਰ ਮੈਨੂੰ ਪਿਛਲੇ 4-5 ਸਾਲ ਹੋ ਗਏ ਪਰਾਲੀ ਨੂੰ ਅੱਗ ਲਾਉਂਦਾ, ਮੈਨੂੰ ਤਾਂ ਇਸ ਤਰ੍ਹਾਂ ਕੋਈ ਮਤਲਬ ਸਹਾਇਤਾ ਕਿਤੇ ਮਿਲੀ ਨਹੀਂ ਗੀ। ਅਤੇ ਇਹਦਾ ਮਤਲਬ ਵੀ ਕਿਸੇ ਪੰਜਾਬ 'ਚ ਕਿਤੇ ਦਿੱਤੀ ਨਹੀਂ ਹੋਣਗੀ। ਸਿਰਫ ਜੇ ਕੋਰਟ ਦੀਆਂ ਜਿਹੜੀਆਂ ਡਾਇਰੈਕਸ਼ਨਾਂ ਸਰਕਾਰਾਂ ਨਹੀਂ ਮੰਨਦੀਆਂ ਤੇ ਫਿਰ ਕਿਸਾਨ ਵੀ ਉਹਨਾਂ ਸਰਕਾਰਾਂ ਤੋਂ ਬਾਗੀ ਹੋ ਜਾਂਦੇ ਨੇ। ਪਹਿਲਾਂ ਦੋਸ਼ੀ ਉੱਥੇ ਸਰਕਾਰ ਆ, ਅਤੇ ਜੇ ਕਿਸਾਨ ਨੂੰ ਉਹ ਮੁਆਵਜ਼ਾ ਦੇਣ ਪਰਾਲੀ ਦੀ ਸਾਂਭ ਸੰਭਾਲ ਦਾ, ਉਸ ਤੋਂ ਬਾਅਦ ਜੇ ਕਿਸਾਨ ਅੱਗ ਲਾਵੇ ਤੇ ਕਿਸਾਨ ਦੋਸ਼ੀ ਆ। ਅਤੇ ਸਰਕਾਰਾਂ ਇਕੱਲੇ ਦਬਕੇ ਮਾਰੀ ਜਾਂਦੀਆਂ। ਫਿਰ ਸਬਸਿਡੀਆਂ ਦੇ ਨਾਂ 'ਤੇ ਕੀ ਕੀਤਾ ਵੀ ਜਿਹੜੀ ਹੈਪੀ ਸੀਡਰ ਸੀਗੀ 75,000 70-75,000 ਦੀ, ਉਹ ਚੱਕ ਕੇ ਜੋ ਸਬਸਿਡੀ ਦਿੱਤੀ ਉਹ 1,35,000 ਦੀ ਕਰਤੀ। ਕਿਸਾਨ ਨੂੰ ਕੀ ਫਾਇਦਾ ਹੋਇਆ? 75 ਤੋਂ 1.25 ਲੱਖ ਦੀ ਸਰਕਾਰ ਨੇ ਆਪ ਹੀ ਰੇਟ ਨਿਰਧਾਰਿਤ ਕਰ ਦੇ ਵੀ ਇੰਨੇ ਦੀ ਹੀ ਖਰੀਦ ਸਕੋਗੇ। यानी कि उसका बेनीफिट ਜਿਹੜਾ ਉਹ ਜੋ ਸੰਦ ਬਣਾਉਂਦੇ ਨੇ ਉਹਨਾਂ ਨੂੰ ਜ਼ਿਆਦਾ ਹੋਇਆ, ਕਿਸਾਨ ਨੂੰ ਨਹੀਂ ਹੋਇਆ। ਨਹੀਂ, ਸੰਦ ਬਣਾਉਣ ਵਾਲੇ ਤੇ ਅਫਸਰਸ਼ਾਹੀ ਦੋਵਾਂ ਨੂੰ, ਉਹ 'ਚ ਹੋ ਸਕਦਾ ਪੋਲੀਟੀਕਲ ਲੋਕ ਵੀ ਹੋਣ, ਮਤਲਬ ਕਿਸਾਨ ਨੂੰ ਨਹੀਂ ਬਿਲਕੁਲ ਵੀ ਫਾਇਦਾ ਹੋਇਆ। ਰਹੀ ਗੱਲ ਦੂਸਰੇ ਜਿਹੜੇ ਸੰਦਾਂ ਦੇ ਸਬਸਿਡੀ ਦੀ ਗੱਲ ਆਉਂਦੀ ਆ, ਛੋਟੇ ਕਿਸਾਨ ਨੂੰ ਤਾਂ ਬਿਲਕੁਲ ਵੀ ਲਾਭ ਨਹੀਂਗਾ, ਕਿਉਂਕਿ ਜਿਹੜਾ 5 ਤੋਂ 7 ਏਕੜ ਵਾਲਾ ਕਿਸਾਨ ਆ ਉਹਦੇ ਕੋਲੇ 55 ਹਾਰਸ ਪਾਵਰ ਤੋਂ ਜਿਹੜੀ ਮਸ਼ੀਨਰੀ ਚੱਲਦੀ ਆ, ਹਾਈਪੀ ਸੀਡਰ ਕਰ ਲਓ, ਸੁਪਰ ਸੀਡਰ ਕਰ ਲਓ ਜਾਂ ਤੁਸੀਂ ਚੌਪਰ ਕਰ ਲਓ, ਉਹ ਸਾਰੇ ਮਤਲਬ 55 ਹਾਰਸ ਪਾਵਰ ਤੋਂ ਲੈ ਕੇ 70-75 ਜਿਹੜੇ ਵੱਡੇ ਮਤਲਬ ਟਰੈਕਟਰ ਹੀ ਚਲਾਉਂਦੇ ਆ, ਅਤੇ ਛੋਟੇ ਕਿਸਾਨ ਕੋਲੇ ਉਹ ਹੈ ਨਹੀਂਗੇ। ਅਤੇ ਉਹ ਕੁਛ ਕੁ ਪਰਿਵਾਰਾਂ ਨੂੰ ਹੀ ਲਾਭ ਹੋਇਆ ਉਸਦਾ। ਉਸ ਤੋਂ ਬਾਅਦ ਜਿਨ੍ਹਾਂ ਨੇ ਸੰਦ ਵੀ ਲਾ ਲਏ, ਮੈਨੂੰ ਲੱਗਦਾ ਵੀ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ 'ਤੇ ਕਿਸਾਨ ਹੋਣਗੇ ਜਿਹੜੇ ਅੱਗ ਲਾਉਂਦੇ ਹੋਣਗੇ, ਉਹਨਾਂ ਦੀ ਵਰਤੋਂ ਵੀ ਨਹੀਂ ਕੀਤੀ ਹੋਣੀਗੀ। ਅਤੇ ਇਸ ਕਰਕੇ ਜੇ ਸਰਕਾਰ ਸਿੱਧਾ ਪਰ ਏਕੜ ਕਿਸਾਨ ਨੂੰ ਪਰਾਲੀ ਸਾਂਭ ਸੰਭਾਲ ਵਾਸਤੇ ਮਦਦ ਦੇਵੇ ਤੇ ਕਿਸਾਨ ਦੀ ਆਪ ਦੀ ਜ਼ਿੰਮੇਵਾਰੀ, ਉਹ ਕਿਵੇਂ ਮਰਜ਼ੀ ਸੰਭਾਲੇ, ਸੰਦਾਂ ਦੀ ਲੋੜ ਨਹੀਂ, ਉਹ ਕੋਈ ਵੀ ਉਹਦੀ ਤਕਨੀਕ ਵਰਤੇ ਜੀ। ਗੱਲ ਸਾਹਮਣੇ ਸੀ ਕਿ 2500 ਰੁਪਏ ਦਿੱਤੇ ਜਾਣ ਜਾਂ 5000 ਦਿੱਤੇ ਜਾਣ ਕਿੱਲੇ ਦੇ ਹਿਸਾਬ ਨਾਲ, ਕਿਤੇ ਸਰਕਾਰ ਕਿਤੇ ਕੋਈ ਆਫਰ ਕੀਤਾ ਸਰਕਾਰ ਨੇ ਵੀ ਕਿਸਾਨ ਨੂੰ ਕਿਹਾ ਹੋਵੇ ਵੀ ਅਸੀਂ ਤੁਹਾਨੂੰ ਇੰਨਾ ਮੁਆਵਜ਼ਾ ਦਿੰਦੇ ਹਾਂ, ਤੁਸੀਂ ਪਰਾਲੀ ਨੂੰ ਅੱਗ ਨਾ ਲਾਓ? ਨਹੀਂ, ਹਜੇ ਤੱਕ ਮੈਨੂੰ ਇਸ ਤਰ੍ਹਾਂ, ਜਦੋਂ ਦਾ ਮੈਂ ਹੁਣ ਲੱਗਾ ਇਸ ਚੀਜ਼ ਨੂੰ ਪਰਾਲੀ ਨੂੰ ਖੇਤ ਦੇ ਵਿੱਚ ਹੀ ਕਰਨ, ਮੈਨੂੰ ਨਹੀਂ ਲੱਗਾ ਕਿ ਨਾ ਕੋਈ ਸੁਨੇਹਾ ਆਇਆ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਕੋਈ ਉਹਨਾਂ ਨੇ ਪਰਾਲੀ 'ਤੇ ਦਿੱਤੀ ਹੋਈ ਆ। ਸਮੱਸਿਆ ਕੀ ਆ ਵੀ ਇੱਥੇ ਕਿਹਾ ਜਾਂਦਾ, ਖਬਰਾਂ ਲੱਗਦੀਆਂ, ਜੇ ਦਿੱਤਾ ਹੋਵੇ ਤਾਂ ਕਿਸਾਨਾਂ ਦੇ ਰਿਸਪੌਂਸ ਵਧੀਆ ਮਿਲੇਗਾ ਵੀ ਕਿਸਾਨ ਆਪ ਪਹਿਲ ਕਦਮੀ ਕਰਨਗੇ। ਤੁਸੀਂ ਕਿਸੇ ਕਿਸਾਨ ਨਾਲ ਕਰ ਲਓ, ਕਿਸਾਨ ਦਿਲੋਂ ਕੋਈ ਵੀ ਨਹੀਂ ਚਾਹੁੰਦਾ ਵੀ ਮੈਂ ਖੇਤ ਦੇ ਪਰਾਲੀ ਨੂੰ ਅੱਗ ਲਾਵਾਂ। ਉਹ ਇਹੀ ਕਹੂਗਾ ਵੀ ਖਰਚੇ ਵੱਧ ਗਏ, ਹੁਣ ਤੇਲ ਨਿੱਤ ਵੱਧ ਜਾਂਦਾ, ਸੰਦ ਮਹਿੰਗੀ ਆ। ਹੁਣ ਮੰਨ ਲਓ ਜੇ ਮੈਂ ਸੁਪਰ ਸੀਡਰ ਨਾਲ ਵੀ ਕਣਕ ਬਜਾਉਣੀ ਹੈ, ਅਤੇ ਉਹ ਵੀ ਘੱਟੋ ਘੱਟ 5000 ਰੁਪਈਆ, ਸੌਰੀ ਮਗਲੀ ਵਾਰੀ ਉਹ ਲੈਂਦੇ ਸੀਗੇ 2700-2800 ਰੁਪਈਆ, ਐਤਕੀ 3000 ਤੋਂ ਉੱਤੇ ਲੈਣਗੇ ਸੁਪਰ ਸੀਡਰ ਵਾਲਾ, ਹੈ ਨਾ। ਉਸ ਤੋਂ ਬਾਅਦ ਮਤਲਬ ਉਹ 'ਤੇ ਮਿਹਨਤ ਵੀ ਵੱਧ ਕਰਨੀ ਪਊਗੀ। ਜਿਹੜੀ ਮਤਲਬ ਆਪਾਂ ਪਰਾਲੀ ਵਾਹੁੰਦੇ ਆ, ਇਹ ਨਹੀਂਗਾ ਵੀ ਜੇ ਅਸੀਂ ਸੁਪਰ ਸੀਡਰ ਨਾਲ ਬੀਜੀ, ਜ਼ੀਰੋ ਡਰਿੱਲ ਨਾਲ ਬੀਜੀ, ਹਾਈਪੀ ਸੀਡਰ ਨਾਲ ਬੀਜੀ, ਵੀ ਉਹਦੇ 'ਤੇ ਮਿਹਨਤ ਦੂਸਰੀ ਅੱਗ ਲਾਉਣ ਵਾਲੀ ਦੁੱਗਣੀ ਕਰਨੀ ਪੈਂਦੀ ਆ, ਉਹ 'ਤੇ ਬਹੁਤ ਮੁਸ਼ਕਿਲਾਂ ਆਉਂਦੀਆਂ, ਖਰਚੇ ਵੱਧ ਪੈਂਦੇ ਹੋਣੇ ਫਿਰ ਉਸ ਚੀਜ਼ ਦੇ। ਬਿਲਕੁਲ ਜੀ। ਵੇਖੋ ਗੱਲ ਇਹ ਆ ਵੀ ਜਦੋਂ ਤੁਸੀਂ ਉਹਨੂੰ ਪਰਾਲੀ ਨੂੰ ਵਿੱਚ ਕਰੋਗੇ, ਉਹਦੇ ਵਿੱਚ ਤੁਹਾਨੂੰ ਚੂਹੇ ਨੇ ਵੀ ਤੰਗ ਪਰੇਸ਼ਾਨ ਕਰਨਾ, ਕਈ ਵਾਰੀ ਸੁੰਡੀ ਵੀ ਪੈਂਦੀ ਆ। ਕਿਸਾਨ ਕਈ ਵਾਰੀ ਪਿਛਲੇ ਦਿਨ ਖਬਰਾਂ ਦੇਖਿਆ ਵੀ ਉਹ ਜਦੋਂ ਸੁੰਡੀ ਪਈ ਅਤੇ ਕਿਸਾਨਾਂ ਨੇ ਮਤਲਬ ਕਣਕ ਵਾਹਤੀ, ਹੈ ਨਾ, ਉਹ 'ਚ ਮੁਸ਼ਕਿਲਾਂ ਵੀ ਆਉਂਦੀਆਂ। ਪਰ ਉਹਦੇ ਨਾਲ ਇਹ ਆ ਵੀ ਜੇ ਕਿਸਾਨ ਦੀ ਮਦਦ ਹੋਵੇ, ਕਿਸਾਨ ਹੋਰ ਤਕੜਾ ਹੋ ਕੇ ਕੰਮ ਕਰੇ। ਜੇ ਹੁਣ ਪਿੰਡ 'ਚ 2 ਜਾਂ 4 ਬੰਦੇ ਨਹੀਂ ਲਾਉਂਦੇ, ਦੂਜੇ ਲਾਉਂਦੇ, ਉਹ ਕਹਿੰਦੇ ਯਾਰ ਢੂਈ ਮਾਰ, ਆਪਾਂ ਇਹ ਤੋਂ ਕੀ ਦੇਣਾ, ਜੇ ਦੂਜੇ ਲਾਉਂਦਾ ਆਪਾਂ ਵੀ ਲਾ ਦੇਣਾ, ਆਪਾਂ ਨੂੰ ਕੀ ਹੋ ਜਾਊਗਾ। ਅਤੇ ਉਹ ਵੇਖੋ ਵੇਖ ਆ ਵੀ ਮਤਲਬ ਸਰਕਾਰ ਨੇ ਜਿਹੜੇ ਮਤਲਬ ਲੋਕਾਂ ਨੇ
ਆਪਦਾ ਮਨ ਬਣਾਇਆ ਹੋਇਆ, ਮੰਨ ਲਓ ਕਿਸੇ ਵੀ ਪੰਜਾਬ ਦੇ ਕਿਸੇ ਕੋਨੇ 'ਚ, ਕਿਸੇ ਜ਼ਿਲ੍ਹੇ 'ਚ, ਕਿਸੇ ਪਿੰਡ 'ਚ ਕੋਈ ਵਿਰਲੇ ਕਿਸਾਨ ਬੈਠੇ, ਉਹਨਾਂ ਨੇ ਮਨ ਬਣਾਇਆ ਹੋਇਆ, ਉਹ ਆਪਦੀ ਮਤਲਬ ਮੰਨ ਲਓ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ, ਆਪਦੀ ਵੀ ਮਤਲਬ ਬੱਚਿਆਂ ਦੇ ਭਵਿੱਖ ਵਾਸਤੇ ਉਹ ਸੋਚ ਕੇ ਘਾਟਾ ਝੱਲਦੇ ਆ, ਘਾਟਾ ਪੈਂਦਾ, ਮਿਹਨਤ ਦੁੱਗਣੀ ਹੁੰਦੀ ਆ। ਤੇ ਹਰ ਕਿਸਾਨ ਦਾ ਜ਼ਰੀਆ ਨਹੀਂ ਹੁੰਦਾ ਕਿ ਉਹਦੇ ਪਰਿਵਾਰ ਦੇ ਆਪਣੇ ਖਰਚੇ ਆ, ਖੇਤੀ ਦੀ ਮਤਲਬ ਲਾਗਤ ਬਹੁਤ ਵੱਧ ਗਈ ਆ, ਹੁਣ ਰੇਹਾਂ ਸਪਰੇਆਂ ਲੇਬਰ ਡੂਢੀ ਹੋ ਗਈ ਆ, ਫਸਲਾਂ ਦੇ ਰੇਟ ਉਹ ਆ, ਝਾੜ ਘਟ ਗਏ ਆ। ਇੱਕ ਸਾਈਕਲ ਸਮਝਣਾ ਚਾਹਾਂਗੇ ਅਸੀਂ, ਜਦੋਂ ਝੋਨਾ ਤੁਸੀਂ ਕੱਟਦੇ ਹੋ, ਕਿਉਂਕਿ ਤੁਹਾਨੂੰ ਬਹੁਤ ਸਾਰੇ ਕਿਸਾਨ ਵੀਰ ਵੀ ਦੇਖ ਰਹੇ ਹੋਣੇ, ਕਿਉਂਕਿ 7 ਸਾਲ ਦਾ ਸਮਾਂ ਬਹੁਤ ਲੰਬਾ ਹੋ ਜਾਂਦਾ ਹੈ, ਤੁਸੀਂ ਅੱਗ ਨਹੀਂ ਲਾਈ ਹੈ। ਇੱਕ ਸਾਈਕਲ ਕਿਸ ਤਰੀਕੇ ਨਾਲ ਚੱਲਦਾ ਜੋ ਝੋਨਾ ਵੱਢਦੇ ਹੋ ਤੁਸੀਂ, ਉਸ ਤੋਂ ਬਾਅਦ ਕਿਸ ਤਰੀਕੇ ਦੀ ਪ੍ਰਕਿਰਿਆ ਰਹਿੰਦੀ ਹੈ ਅਗਲੀ ਫਸਲ ਤਿਆਰ ਹੋਣ ਤੱਕ ਦੀ? ਨਹੀਂ ਦੇਖੋ, ਇਹ 'ਚ ਨਾ ਕਈ ਪੜਾਅ, ਜਿਵੇਂ ਹੁਣ ਤੁਸੀਂ ਜੇ ਮੰਨ ਲਓ ਇੱਥੇ ਮੇਰੇ ਥੋੜ੍ਹੀ ਪ੍ਰੋਬਲਮ ਸੀ, ਝੋਨਾ ਬਹਿ ਗਿਆ ਸੀ, ਇਹ ਮੇਰੀ ਕੋਸ਼ਿਸ਼ ਆ ਵੀ ਐਤਕੀ ਪੰਡਾਂ ਬਣਾ ਕੇ ਤੇ ਕਢਾ ਦਈਏ। ਇਹ ਤਾਂ ਇਹ ਵੀ ਜਦੋਂ ਝੋਨਾ ਆਪਾਂ ਵੱਢਤਾ, ਇਸ ਤੋਂ ਬਾਅਦ ਰੀਪਰ ਮਰਾਉਣ ਤੋਂ ਬਾਅਦ ਪੰਡਾਂ ਬਣ ਜਾਣਗੀਆਂ, ਪੰਡਾਂ ਤੋਂ ਬਾਅਦ ਮਤਲਬ ਖੇਤ ਸਾਫ਼ ਹੋ ਜਾਊਗਾ ਤੇ ਆਪਾਂ ਇਹਨੂੰ ਮਤਲਬ ਮੁੜ ਕੇ ਤਵੀਆਂ ਮਾਰ ਕੇ ਤੇ ਜਿਹੜੀ ਆਮ ਰੂਟੀਨ ਦੀ ਵਹਾਈ ਹੁੰਦੀ ਉਵੇਂ ਵਾਹ ਕੇ ਬੀਜ ਦਿਆਂਗੇ। ਜਿਹੜਾ ਹੁੰਦਾ ਜ਼ੀਰੋ ਡਰਿੱਲ ਦਾ, ਉਹਦੇ 'ਚ ਜਾਂ ਤਾਂ ਮਸ਼ੀਨਾਂ ਦੇ ਮਗਰ ਉਹ ਪਰਾਲੀ ਨੂੰ ਕੱਟਣ ਵਾਲਾ ਲੱਗਾ ਹੋਵੇ, ਉਹਨੂੰ ਸਪਲੈਡਰ ਕੇ ਕੀ ਬੋਲਦੇ ਆ, ਤੇ ਜੇ ਉਹ ਨਹੀਂ ਲੱਗਾ ਫਿਰ ਪਰਾਲੀ ਨੂੰ ਸੋਟੀ ਨਾਲ ਖਿਲਾਰਨਾ ਪੈਂਦਾ, ਖੜੀ ਪਰਾਲੀ ਦੇ ਉੱਤੇ ਜਿਹੜੀ ਮਗਰਲੀ ਲੱਦ ਜੀ ਆਉਂਦੀ ਹੈ, ਖਿਲਾਰ ਤੋਂ ਬਾਅਦ ਹਾਈਪੀ ਸੀਡਰ ਨਾਲ ਬੀਜੀ ਜਾਂਦੀ ਆ। ਉਹ ਤਕਨੀਕ ਉੱਦਾਂ, ਜੇ ਸੁਪਰ ਸੀਡਰ ਨਾਲ ਬੀਜਣੀ ਹੈ ਪਰਾਲੀ, ਉਹ ਵੀ ਖਿਲਾਰਨੀ ਪੈਂਦੀ ਹੈ, ਤੇ ਫਿਰ ਸੁਪਰ ਸੀਡਰ ਨਾਲ ਮਤਲਬ ਉਹ ਵੀ ਤਕਨੀਕ ਉਸ ਤਰ੍ਹਾਂ ਹੈਗੀ ਆ। ਇਹ 3-4 ਤਕਨੀਕਾਂ, ਜਾਂ ਫਿਰ ਤੁਸੀਂ ਇਹਨੂੰ ਮਤਲਬ ਖਿਲਾਰ ਕੇ ਉਸ ਤੋਂ ਬਾਅਦ ਦੋ ਵਾਰੀ ਤਵੀਆਂ ਮਾਰ ਕੇ ਫਿਰ ਤੁਸੀਂ ਰੋਟਾਵੇਟਰ ਨਾਲ ਵੀ ਬੀਜ ਸਕਦੇ ਹੋ। ਪਰ ਜਿਵੇਂ ਮਤਲਬ ਇਹ ਤਕਨੀਕਾਂ ਇਹ ਮਤਲਬ ਮਹਿੰਗੀਆਂ ਪਈ ਜਾਂਦੀਆਂ, ਜਿੰਨੇ ਕਿ ਇਸ ਸਾਰੇ ਚੱਕਰ ਤੋਂ ਬਚਣ ਦੇ ਲਈ ਹੀ ਕਿਸਾਨ ਜੋ ਹੈ ਇਸ ਨੂੰ ਅੱਗ ਲਾਉਂਦਾ ਕਿ ਸਸਤੇ ਵਿੱਚ ਖੜਾ ਛੁੱਟ ਜੇ। ਬਿਲਕੁਲ, ਉਹ ਜਿਵੇਂ ਕਿਸਾਨ ਵੀਰ ਦੱਸ ਰਹੇ ਸੀ ਵੀ ਇੱਕ ਸੀਕ ਘਸਾਉਣੀ ਹੈ ਤੇ ਕੰਮ ਖਤਮ। ਰੀਪਰ ਵਾਲੇ ਨੇ 500-700 ਰੁਪਈਆ ਲੈ ਲਿਆ ਤੇ ਉਦੋਂ ਬਾਅਦ ਉਹਨਾਂ ਨਾਲ ਵਾਹਣ ਸਾਫ਼ ਆ, ਉਹਨਾਂ ਨੇ ਵਾਹ ਕੇ 2 ਵਾਰੀ ਬੀਜ ਦੇਣੀ ਆ। ਪਰ ਆਖਰੀ ਸਵਾਲ ਹੈ ਮੇਰਾ, ਅਖੀਰ ਵਿੱਚ ਦੋਸ਼ੀ ਜਿਹੜਾ ਉਹ ਸਿਰਫ ਕਿਸਾਨ ਨੂੰ ਬਣਾ ਦਿੱਤਾ ਜਾਂਦਾ ਹੈ, FIR ਦਰਜ ਕਰ ਦਿੱਤੇ ਜਾਂਦੇ ਨੇ। ਕਈ ਵਾਰ ਪਿਛਲੀ ਵਾਰ ਅਸੀਂ ਖਬਰ ਚਲਾਈ ਕਿ FIR ਵੀ ਗਲਤ ਕਰਤੀਆਂ, ਜਿਨ੍ਹਾਂ ਨੇ ਅੱਗ ਨਹੀਂ ਲਾਈ ਉਹਨਾਂ 'ਤੇ FIR ਹੋ ਗਈ ਸੀਗੀ। ਕੀ FIR ਸਿਰਫ ਕਿਸਾਨ ਦੋਸ਼ੀ ਬਣਦਾ ਹੈ ਜਾਂ ਕੋਈ ਕਰਮਚਾਰੀ ਸਰਕਾਰੀ ਜੋ ਨੇ, ਸਰਕਾਰ ਵੀ ਦੋਸ਼ੀ ਬਣਦੀ ਹੈ ਬਰਾਬਰ ਦੇਸ਼ ਦੇ ਵਿੱਚ? ਕਿਉਂਕਿ ਜੇ ਕਿਸਾਨ ਨੂੰ ਕੁਝ ਮਿਲੇ ਤਾਂ ਕਿਸਾਨ ਨੇ ਕਰੇ ਹੀ ਨਾ। ਨਹੀਂ, ਸਾਰਿਆਂ ਨੂੰ ਪਹਿਲਾਂ ਮੈਂ ਇਹੀ ਕਹਿ ਰਿਹਾ ਨਾ ਵੀ ਜੇ ਮੰਨ ਲਓ ਭਾਵੇਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋਵੇ ਜਾਂ ਸੁਪਰੀਮ ਕੋਰਟ ਹੋਵੇ, ਜੇ ਸਟੇਟ ਦੀ ਸਰਕਾਰ ਨੂੰ ਹਦਾਇਤ ਕਰਦੀ ਆ ਵੀ ਤੁਸੀਂ ਕਿਸਾਨਾਂ ਦੀ ਇਸ ਤਰੀਕੇ ਨਾਲ ਮਦਦ ਕਰਨੀ ਆ ਵੀ 2500 ਰੁਪਈਆ ਦੇਣਾ ਜਾਂ ਤੁਸੀਂ 15000 ਦੇਣਾ, ਜੇ ਕੋਰਟ ਦੇ ਆਦੇਸ਼ਾਂ ਨੂੰ ਸਰਕਾਰ ਨਹੀਂ ਮੰਨਦੀ ਤੇ ਸਰਕਾਰ ਦੋਸ਼ੀ ਹੋਣੀ ਚਾਹੀਦੀ ਆ। ਅਗਰ ਕਿਸਾਨ ਦਾ ਤਾਂ ਉਦੋਂ ਅਗਲਾ ਸਟੈਪ ਆਉਂਦਾ ਨਾ, ਜੇ ਸਰਕਾਰ ਨਹੀਂ ਮੰਨਦੀ ਤਾਂ ਕਿਸਾਨ ਨਹੀਂ ਗੱਲ ਮੰਨਦਾ। ਇਸ ਕਰਕੇ ਪਹਿਲ ਤਾਂ ਸਾਰਾ ਜਿੰਨਾ ਵੀ ਹੈਗਾ ਇਹ ਪਰਾਲੀ ਨੂੰ ਮਤਲਬ ਜਿਹੜਾ ਅੱਗ ਲਾਉਣ ਦੀ ਜ਼ਿੰਮੇਵਾਰੀ ਸਾਰੀ ਸਰਕਾਰ ਦੇ ਆ। ਸਰਕਾਰ ਜੇ ਮਤਲਬ ਕਿਸਾਨਾਂ ਦੀ ਮਦਦ ਕਰੇ, ਕਿਸਾਨ ਅੱਗ ਨਹੀਂ ਲਾਉਣਗੇ। ਮੇਰੇ ਮਸਤ ਤਾਂ ਗੁਰਪ੍ਰੀਤ ਜੀ ਸਾਡੇ ਨਾਲ ਮੌਜੂਦ ਸੀਗੇ। ਅਖੀਰ ਵਿੱਚ ਗੱਲ ਉਹੀ ਆ ਜਾਂਦੀ ਕਿ ਸਰਕਾਰ ਕਿਸਾਨਾਂ ਲਈ ਕੀ ਕਰਦੀ ਹੈ। ਜੇਕਰ ਸਰਕਾਰ ਕਿਸਾਨਾਂ ਦਾ ਹੱਥ ਫੜੇ ਤਾਂ ਗੁਰਪ੍ਰੀਤ ਸਿੰਘ ਵਰਗੇ ਹੋਰ ਕਿਸਾਨ ਜੋ ਨੇ ਉਹ ਤਿਆਰ ਨੇ ਕਿ ਫਸਲ ਨੂੰ ਅੱਗ ਨਾ ਲਾਈ ਜਾਵੇ, ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਪਰ ਅੰਤ ਵਿੱਚ ਸਵਾਲ ਉਹੀ ਖੜਾ ਹੋ ਜਾਂਦਾ ਕਿ ਸਰਕਾਰ ਕਦੋਂ ਕਿਸਾਨਾਂ ਬਾਰੇ ਸੋਚੇਗੀ, ਕੁਝ ਵਧੀਆ ਮੁਆਵਜ਼ਾ ਰਾਸ਼ੀ ਇਹਨਾਂ ਲਈ ਮੁਹੱਈਆ ਕਰਾਵੇਗੀ ਤਾਂ ਕਿ ਕਿਸਾਨ ਜੋ ਹੈ ਇਸ ਲੰਬੇ ਚੌੜੇ ਚੱਕਰ ਤੋਂ ਬਚਦਾ ਹੋਇਆ ਪਰਾਲੀ ਦਾ ਜੋ ਰਹਿੰਦ ਖੂੰਹਦ ਹੈ ਇਸ ਦਾ ਮੁਆਵਜ਼ਾ ਲੈ ਕੇ ਇਸ ਨੂੰ ਆਪਣੇ ਖੇਤ ਵਿੱਚ ਸਟੋਰ ਕਰੇ ਜਾਂ ਕਿਤੇ ਪਾਸੇ ਰੱਖੇ। ਉਮੀਦ ਸਰਕਾਰ ਵੱਲੋਂ ਹੈ ਕਿ ਸਰਕਾਰ ਇਸ 'ਤੇ ਕੀ ਸਾਰਥਕ ਕਦਮ ਉਠਾਉਂਦੀ ਹੈ ਅਤੇ ਜੋ ਪਰਾਲੀ ਕਰਕੇ ਇੱਕ ਯੁੱਧ ਚੱਲਦਾ ਹੈ ਦਿੱਲੀ ਪੰਜਾਬ, ਦਿੱਲੀ ਹਰਿਆਣਾ ਦੇ ਵਿਚਕਾਰ, ਉਹ ਵੀ ਕਿਤੇ ਨਾ ਕਿਤੇ ਰੁਕ ਸਕੇ। ਫਿਲਹਾਲ ਵੇਖਦੇ ਹਾਂ, ਉਮੀਦ ਹੈ ਸਰਕਾਰ ਦੇ ਐਲਾਨ ਦੀ ਕਿ ਸਰਕਾਰ ਕਦੋਂ ਐਲਾਨ ਕਰਦੀ ਹੈ ਤੇ ਕਿਸਾਨ ਜੋ ਨੇ ਇਹ ਕਦੋਂ ਤੱਕ ਸੌਖੇ ਹੁੰਦੇ ਨੇ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, दैनिक सवेरा टीवी। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ ਮਾयूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ਅਤੇ मुठ करनी, लव मैरिज, सौतन ਅਤੇ दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ ਜਾਂ तोड़वाओ, रुस्से ਨੂੰ मनाउणा। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।